ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕੋਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹੂੰ ਕਰੀ ਵਖਿਆਨ। ਜਨ ਆਵਨ ਕਹੇ ਅਸਵਾਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮੇਰੀ ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਨਮਸਕਾਰ ਗੁਰ ਪੂਰੇ, ਜਿਨੇ ਆਕੇ ਜਗ ਤਾਰਿਆ। ਮੇਰੀ ਨਾਮ ਸੁਕਾਰ ਗੁਰ ਪੂਰੇ ਨੂੰ, ਨਾਨੇ ਆਕੇ ਜਗ ਤਾਰਿਆ। ਮੇਰੀ ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਮੇਰੀ ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਮੇਰੀ ਨਮਸਕਾਰ ਗੁਰ ਪੂਰੇ ਨੂੰ, ਜਿਨੇ ਆਕੇ ਜਗ ਤਾਰਿਆ। ਜਿਨੇ ਆਕੇ ਜੀ 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 ਜਗ ਤਾਰਿਆ। ਨੇ ਆਕੇ ਜੀ ਜਗ ਤਾਰਿਆ। ਜਿਨੇ ਆਕੇ ਜੀ ਜਗ ਤਾਰਿਆ। ਜਿਨੇ ਆਕੇ ਜੀ ਜਗ ਤਾਰਿਆ। ਜਿਨੇ ਆਕੇ ਜੀ ਜਗ ਤਾਰਿਆ। ਜਿਨੇ
ਆਕੇ ਜੀ ਜਗ ਤਾਰਿਆ। ਓ ਜੀ ਨੇ ਆਕੇ ਜੀ ਜਗ ਤਾਰਿਆ। ਨਮਸਕਾਰ ਗੁਰ ਪੂਰੇ ਨੂੰ ਜੀਨੇ ਆਕੇ ਜਗ ਤਾਰਿਆ। ਜੀ ਨਮਸਕਾਰ ਗੁਰ ਪੂਰੇ ਨੂੰ ਜੀਨੇ ਆਕੇ ਜਗ ਤਾਰਿਆ। ਨਮਸਕਾਰ ਗੁਰ ਪੂਰੇ ਨੂੰ ਜੀਨੇ ਆਕੇ ਜਗ ਤਾਰਿਆ। ਨਮਸਕਾਰ ਗੁਰ ਪੂਰੇ ਨੂੰ ਜੀਨੇ ਆਕੇ ਜਗ ਤਾਰਿਆ। ਸਕਾਰ ਗੁਰ ਪੂਰੇ ਨੂੰ ਜੀਨੇ ਆਕੇ ਜਗ ਤਾਰਿਆ। ਜੀ ਨਮਸਕਾਰ ਗੁਰ ਪੂਰੇ ਨੂੰ ਜੀਨੇ ਆਕੇ ਜਗ ਤਾਰਿਆ। ਜਨ ਆਵਨ ਕਹੇ ਅਸਭਾਓ ਜਨ ਕੈ ਸੰਗ ਚਿਤ ਆਵੈ ਨੋ ਬਲਿਹਾਰੀ ਗੁਰ ਆਪਣੇ। ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨ ਲਾਗੀ ਵਾਰ ਜਿਨੇ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਨਾ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਨਾ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਨਾ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਵੱਲ ਵੱਲ ਜਾਵਾਂ ਗੁਰਾਂ ਤੋਂ। ਨਾ ਮਾਨਸਾਂ ਤੋਂ ਦੇਵਤੇ ਬਣਾਏ। ਵੱਲ ਵੱਲ ਜਾਵਾਂ ਗੁਰਾਂ ਤੋਂ। ਵੱਲ ਵੱਲ ਜੀ ਜਾਈਏ ਗੁਰਾਂ ਤੋਂ। ਵੱਲ ਵੱਲ ਜੀ ਜਾਈਏ ਗੁਰਾਂ ਤੋਂ। ਵੱਲ ਵੱਲ ਜੀ ਜਾਈਏ ਗੁਰਾਂ ਤੋਂ। ਹਾਂ ਵੱਲ ਵੱਲ ਜੀ ਜਾਈਏ ਗੁਰਾਂ ਤੋਂ। ਜਾਈਏ ਗੁਰਾਂ ਤੋਂ। ਹਾਂ ਵੱਲ ਵੱਲ ਜੀ ਜਾਈਏ ਗੁਰਾਂ ਤੋਂ। ਮਾਨਸਾ
ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ ਬਲ ਬਲ ਜਾਈਏ ਗੁਰਾਂ ਤੋਂ ਦੇਵਤੇ ਬਣਾਏ ਬਲ ਬਲ ਜਾਈਏ ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ ਬਲ ਬਲ ਜਾਈਏ ਗੁਰਾਂ ਤੋਂ ਬਲਿਹਾਰੀ ਗੁਰਿਆਂ ਸੋਹਣੇ ਜੋ ਹਾਰੀ ਸਤਵਾਰ ਮਾਨਸ ਤੇ ਦੇਵਤ ਕੀ ਇਹ ਕਰਨ ਲੱਗੀ ਵਾਰ ਪਰਮ ਸਤਿਕਾਰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਤਨੇ ਆਪ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਿਓ ਬਹੁਤ ਵੱਡੇ ਭਾਗਾਂ ਵਾਲਿਓ ਗੁਰੂ ਮਹਾਰਾਜ ਨੇ ਮਹਾਨ ਬਖਸ਼ਾਂ ਕੀਤੀਆਂ ਆਪਾਂ ਨੂੰ ਕਲਯੁਗ ਦੇ ਵਿੱਚ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ ਜੋ ਆਪ ਰੋਜ਼ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋ ਸੇਵਾ ਸਿਮਰਨ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾਉਣੇ ਹੋ ਅੱਜ ਬਹੁਤ ਹੀ ਵਡਭਾਗਾ ਦਿਹਾੜਾ ਦਿਨ ਹੈ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਅਵਤਾਰ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਪਾਤਸ਼ਾਹ ਨੇ ਆਪਾਂ ਨੂੰ ਵੀ ਕਿਰਪਾ ਕੀਤੀ ਆ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਏ ਆਪ ਇਸ ਵੇਲੇ ਕਾਫੀ ਸਮੇਂ ਤੋਂ ਲੈ ਕੇ ਗੁਰਸਿੱਖ ਦਰਸ਼ਨਾਂ ਤੋਂ ਇਲਾਹੀ ਰੱਬੀ ਬਾਣੀ ਹਰਦਸ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਾ ਬਣਾਇਆ ਜੋ ਬਾਕੀ ਸਮਾਂ ਹੈ ਇਹ ਵੀ ਗੁਰੂ ਦੇ ਗੁਣ ਗਾਉਂਦੇ ਆ ਆਪਣੇ ਸਮੇਂ ਨੂੰ ਸਫਲਾ ਬਣਾਉਂਦੇ ਆ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਮੁਰਸ਼ਦ ਤੋਂ ਦਿਹਾੜੀ ਦੇ ਵਿੱਚ ਹਜ਼ਾਰਾਂ ਵਾਰੀ ਬਲਿਹਾਰ ਕਰਵਾਉਣ ਜਾਂਦਾ ਜਿਨ੍ਹਾਂ ਨੇ ਮਾਨਸਾ ਤੋਂ ਆਮ ਚੀਜ਼ ਭਾਵ ਕੇ ਮਨੁੱਖਾਂ ਤੋਂ ਦੇਵਤਿਆਂ ਵਰਗੇ ਜੀਵਨ ਬਣਾ ਦਿੱਤੇ ਜਿਨ੍ਹਾਂ ਨੂੰ ਕੋਈ ਸੋਝ ਬੋਝ ਨਹੀਂ ਗੁਰੂ ਮਹਾਰਾਜ ਨੇ ਥੋੜੇ ਟਾਈਮ ਦੇ ਵਿੱਚ ਹੀ ਜਿਨ੍ਹਾਂ ਦੇ ਵੱਲ ਨਜ਼ਰ ਕੀਤੀ ਉਹਨਾਂ ਦੇ ਜੀਵਨ ਹੀ ਬਦਲ ਦਿੱਤੇ ਗੁਰੂ ਮਹਾਰਾਜ ਨੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਗੁਰੂ ਮਹਾਰਾਜ ਨੂੰ ਕੋਈ ਦੇਰ ਨਹੀਂ ਲੱਗਦੀ ਕੋਈ ਟਾਈਮ ਨਹੀਂ ਲੱਗਦਾ ਜਿਵੇਂ ਕਹਿੰਦੇ ਜਦੋਂ ਕੋਈ ਲੋਹਾ ਪਾਸ ਨਾ ਪਰਸ ਜਾਂਦਾ ਸੋ ਜਾਂਦਾ ਹੈ ਉਹ ਜਦੀ ਹੀ ਸੋਨਾ ਬਣ ਜਾਂਦਾ ਇਸੇ ਤਰ੍ਹਾਂ ਜਦੋਂ ਕੋਈ ਜੀਵ ਗੁਰੂ ਦੇ ਸ਼ਰਧਾ ਰੱਖਦਾ ਮਨ ਕਰਕੇ ਗੁਰੂ ਚਰਨਾਂ ਨਾਲ ਜੁੜਦਾ ਹੈ ਫਿਰ ਉਹਨੂੰ ਬਦਲਦਿਆਂ ਕੋਈ ਦੇਰ ਨਹੀਂ ਲੱਗਦੀ ਟਾਈਮ ਨਹੀਂ ਲੱਗਦਾ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ ਉਹਨਾਂ ਦੇ ਸਮਿਆਂ ਨੂੰ ਗੁਰੂ ਮਹਾਰਾਜ ਕਿ ਜਦੋਂ ਗੁਰੂ ਪਾਤਸ਼ਾਹ ਜੀ ਦੀ ਨਦਰ ਹੋ ਗਈ ਭਾਵੇਂ ਕਿਸੇ ਤੇ ਹੋ ਗਈ ਕਿਸੇ ਜੀਵ ਤੇ ਹੋ ਗਈ ਕਿਸੇ ਦਰਖਤ ਤੇ ਹੋ ਗਈ ਕਿਸੇ ਪੰਛੀ ਜੀਵ ਤੇ ਹੋ ਗਈ ਜਿੱਥੇ ਵੀ ਉਹ ਨਦਰ ਹੋ ਗਈ ਉਹਨਾਂ ਦੀ ਬਸ ਉਹ ਚੀਜ਼ ਨੂੰ ਭਾਗ ਲੱਗਦੇ ਆ ਕੋਈ ਦੇਰ ਨਹੀਂ ਲੱਗਦੀ ਇਸ ਕਰਕੇ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਂਦੇ ਆ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਭਾਵੇਂ ਕਿੰਨਾ ਵੀ ਜੀਵਨ ਨੂੰ ਗਿਆਨ ਹੋਵੇ ਦੁਨਿਆਵੀ ਤੌਰ ਤੇ ਇੱਕ ਆਪਾਂ ਨੂੰ ਸਿੱਧੀ ਮਿਸਾਲ ਦੇ ਦਿੱਤੀ ਮਹਾਰਾਜ ਨੇ ਕਹਿੰਦੇ ਭਾਵੇਂ ਕਿ ਜੇ 100 ਚੰਦਰਮਾ ਹਜ਼ਾਰਾਂ ਸੂਰਜ ਚੜ੍ਹ ਜਾਣ ਪਰ ਜਿਹੜੇ ਅੰਨੇ ਨੇ ਉਹਨਾਂ ਨੂੰ ਕਿਹੜਾ ਦੀਂਦਾ ਕੁਛ ਮਰਜ਼ੀ ਹੋ ਜਾਵੇ ਇਸੇ ਤਰ੍ਹਾਂ ਜਿਹੜੇ ਬੇਸਮਝੀ ਵਹਿਮਾਂ ਭਰਮਾਂ ਦੇ ਵਿੱਚ ਅਗਿਆਨ ਦੇ ਵਿੱਚ ਅੰਨੇ ਹੋ ਗਏ ਉਹਨਾਂ ਨੂੰ
ਭਾਵੇਂ ਕੁਛ ਮਰਜ਼ੀ ਪੜਿਆ ਉਹਨਾਂ ਨੇ, ਪਰ ਜਿਹੜਾ ਆਤਮਿਕ ਤੌਰ ਤੇ ਅੰਧੇਰਾ ਹੈ ਉਹ ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਬਚਨ ਨੇ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ, ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਕੁਨ, ਅਗਨ ਘਟੇ। ਗੁਰੂ ਮਹਾਰਾਜ ਤੋਂ ਬਿਨਾਂ ਕੋਈ ਸੋਝੀ ਨਹੀਂ, ਕੋਈ ਬੋਝੀ ਨਹੀਂ, ਬੰਦਾ ਆਪਣੇ ਆਪ ਦੇ ਵਿੱਚ ਹੀ ਰੱਬ ਬਣਿਆ ਫਿਰਦਾ ਹੁੰਦਾ ਵੀ ਜੋ ਕੁਛ ਮੈਂ ਆ ਬਸ ਮੈਂ ਹੀ ਆ। ਇੰਨਾ ਪਾਰਾ ਚੜ੍ਹ ਜਾਂਦਾ ਹੰਕਾਰ ਦਾ। ਜਦੋਂ ਗੁਰੂ ਕਿਰਪਾ ਕਰਦੇ, ਮਿਹਰਾਂ ਕਰਦੇ ਨੇ, ਫਿਰ ਉਸ ਵੇਲੇ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਨੋ ਕਿ ਲੋਹੇ ਤੋਂ ਕੰਚਨ ਬਣਾ ਦਿੰਦੇ ਆ, ਸੋਨਾ ਬਣਾ ਦਿੰਦੇ ਆ। ਇਹ ਗੁਰਬਾਣੀ ਦਾ ਫੈਸਲਾ ਹੈ ਕਿ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜੀ ਗੁਰਬਾਣੀ ਹੈ ਗੁਰੂ ਪਾਤਸ਼ਾਹ ਜੀ ਪੜਾਂਗੇ, ਸੁਣਾਂਗੇ ਨਾ, ਫਿਰ ਇਹਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਆਨੰਦੀ ਹੋਰ ਹੈ। ਸੁਣੈ ਗੂੰਗ ਜੋ ਜਾਹੇ ਸੁਰਸਨਾ, ਸੁਣੈ ਮੋੜ ਚਤ ਲਾਏ ਚਤੁਰਤਾ, ਦੁਖ ਦਰਦ ਪਉ ਨਿਕਟਨਾ, ਤੇ ਨਰਕੇ ਰਹਿ ਹੋ ਜੋ ਜਾਂ ਕੀ ਇੱਕ ਵਾਰ। ਇਹ ਜਿਹੜੀ ਗੁਰੂ ਦੀ ਬਾਣੀ ਹੈ, ਗੁਰੂ ਦੀ ਕਿਰਪਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਨ ਨੂੰ ਬਦਲਦਿਆਂ ਕੋਈ ਟਾਈਮ ਨਹੀਂ ਲੱਗਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਸਾਨੂੰ ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਗੁਰੂ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਬਾਬੇ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਗੁਰੂ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਬਾਬੇ ਨਾਨਕ ਦੀ। ਬਣਾਵੇ, ਬਾਣੀ ਬਾਬੇ ਨਾਨਕ ਦੀ। ਤੂੰ ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਬਾਬੇ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਬਾਬੇ ਨਾਨਕ ਦੀ। ਸਾਨੂੰ ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਗੁਰੂ ਨਾਨਕ ਦੀ। ਮੂਰਖਾਂ ਤੋਂ ਚਤੁਰ ਬਣਾਵੇ, ਬਾਣੀ ਬਾਬੇ ਨਾਨਕ ਦੀ। ਨੂੰ ਮੂਰਖਾਂ ਤੋਂ ਚਤੁਰ ਬਣਾਵੇ, ਨੀ ਬਾਬੇ ਨਾਨਕ ਦੀ। ਬਣਾਵੇ, ਬਾਣੀ ਬਾਬੇ ਨਾਨਕ ਦੀ। ਤੋਂ ਚਤੁਰ ਬਣਾਵੇ, ਬਾਣੀ ਬਾਬੇ ਨਾਨਕ ਦੀ। ਬਾਣੀ ਬਾਬੇ ਜੀ 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 ਨਾਨਕ ਦੀ। ਨਾਨਕ ਦੀ। ਬਾਣੀ ਬਾਬੇ ਜੀ ਨਾਨਕ ਦੀ। ਬਾਣੀ ਬਾਬੇ ਜੀ
ਚਤੁਰ ਬਣਾਵੇ ਬਾਣੀ ਗੁਰੂ ਨਾਨਕ ਦੀ। ਸਾਨੂੰ ਮੂਰਖਾਂ ਨੂੰ ਚਤੁਰ ਬਣਾਵੇ ਬਾਣੀ ਬਾਪੇ ਨਾਨਕ ਦੀ। ਸਾਨੂੰ ਮੂਰਖਾਂ ਨੂੰ ਚਤੁਰ ਬਣਾਵੇ ਬਾਣੀ ਬਾਪੇ ਨਾਨਕ ਦੀ। ਬਣਾਵੇ ਬਾਣੀ ਬਾਪੇ ਨਾਨਕ ਦੀ। ਨੂੰ ਮੂਰਖਾਂ ਤੋਂ ਚਤੁਰ ਬਣਾਵੇ ਬਾਣੀ ਬਾਪੇ ਨਾਨਕ ਦੀ। ਗੁਰੂ ਮਹਾਰਾਜ ਕਹਿੰਦੇ ਜਿਹੜੀ ਗੁਰੂ ਦੀ ਬਾਣੀ ਹੈ, ਗੁਰੂ ਦੀ ਕਿਰਪਾ ਹੈ, ਜਿਨ੍ਹਾਂ ਤੇ ਹੋ ਜਾਵੇ ਉਹਨਾਂ ਨੂੰ ਸਭ ਕੁਝ ਸੋਝੀ ਹੋ ਜਾਂਦੀ ਹੈ। ਸੁਣੈ ਗੋਂਗ ਜੋ ਜਾਹੇ ਸੁਰਸ ਨਾ ਪਾਵੀ, ਸੁਣੈ ਮੂੜ ਚਤ ਲਾਏ ਚਤੁਰਤਾ ਆਵੀ। ਦੁਖ ਦਰਦ ਭਉ ਨਿਕਟ ਨਾ ਕਿ ਨਰਕੇ ਰਹੇ। ਉਹਨਾਂ ਦੇ ਨੇੜੇ ਵੀ ਦੁੱਖ ਦਰਦ ਪਾਪ ਆਦਿਕ ਨੇੜੇ ਨਹੀਂ ਰਹਿੰਦਾ, ਜਿਹੜੇ ਸ਼ਰਧਾ ਦੇ ਨਾਲ ਗੁਰੂ ਦੀ ਬਾਣੀ ਪੜ੍ਹ ਲੈਂਦੇ ਹੈ। ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੋ ਜਾਵੇ ਉਹਨਾਂ ਦਾ ਮਹਾਰਾਜ ਕਹਿੰਦੇ ਜਿਹੜਾ ਗੂੰਗਾਪਨ ਹੈ ਦੂਰ ਹੋ ਜਾਂਦਾ ਹੈ, ਜਿਹੜੀ ਮੂਰਖ ਮਤੀ ਆ ਉਹ ਦੂਰ ਹੋ ਜਾਂਦੀ ਹੈ। ਇਸ ਕਰਕੇ ਗੁਰੂ ਦੀ ਕਿਰਪਾ ਹੋ ਜਾਏ ਬਸ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ, ਅੰਦਲੇ ਤੇਰੇ ਭਾਵਨ ਸੁਝਿਆ ਗੁਰ ਭੇਟ। ਇਹ ਗੁਰੂ ਦੀ ਮਹਿਮਾ ਹੈ, ਗੁਰੂ ਦੀ ਵਡਿਆਈ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਵੀ ਜਿਹਨੂੰ ਪਰਮੇਸ਼ਰ ਕੋ ਜਣਾਉਣਾ ਚਾਹੇ ਭਾਵੇਂ ਕਿਸੇ ਨੂੰ ਜਣਾ ਦੇਵੇ, ਉਹ ਕਿਸੇ ਤੇ ਕਿਰਪਾ ਕਰ ਦੇਵੇ। ਕਿਰਪਾ ਗੁਰੂ ਮਹਾਰਾਜ ਦੀ ਰਹਿਮਤਾਂ ਨੇ ਗੁਰੂ ਦੀਆਂ ਕਿਤੇ ਮਰਜ਼ੀ ਕਰ ਦੇਵੇ। ਉਹ ਜਿਹੜੀ ਪ੍ਰਭੂ ਦੀ ਗਾਥਾ ਹੈ, ਗੁਰੂ ਦੀ ਮਹਿਮਾ ਹੈ, ਇਹ ਤਾਂ ਅਪਰਉਪਾਰ ਹੈ। ਇਹਨੂੰ ਆਪਾਂ ਕਹਿ ਨਹੀਂ ਸਕਦੇ। ਆਪਾਂ ਤਾਂ ਇੰਨਾ ਕਹਿ ਵੀ ਇਹਨੂੰ ਜਪ ਕੇ, ਇਹਨੂੰ ਕਹਿ ਸੁਣ ਕੇ ਆਪਣੇ ਮਨ ਨੂੰ ਆਨੰਦ ਲੈ ਸਕਦੇ ਹਾਂ। ਆਪਣੇ ਜਿਹੜੀ ਮਨ ਦੀ ਤਪਸ਼ਤਾ ਹੈ, ਤ੍ਰਿਸ਼ਨਾ ਹੈ, ਉਹ ਮਿਟਾ ਸਕਦੇ ਹਾਂ। ਪਰ ਗੁਰੂ ਦਾ, ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ। ਜਿਵੇਂ ਇੱਕ ਚਿੜੀ ਆ, ਸਾਗਰ ਦੇ ਵਿੱਚੋਂ ਜੇ ਕੋਈ ਉਹ ਚੁੰਝ ਪਾਣੀ ਦੀ ਭਰ ਕੇ ਲੈ ਜਾਵੇ, ਉੱਥੇ ਕੀ ਘਟਦਾ ਹੈ ਬਾਈ? ਕੁਛ ਘਟਦਾ? ਕੁਛ ਨਹੀਂ ਘਟਦਾ। ਇੰਨਾ ਹੈ ਜਿਹੜੀ ਉਹ ਚਿੜੀ ਆ, ਉਹਦੀ ਪਿਆਸ ਮਿਟ ਜੂਗੀ, ਬਸ ਸ਼ਾਂਤ ਹੋ ਜੂਗੀ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਜੇ ਗੁਣ ਗਾਵਾਂਗੇ, ਇੱਥੇ ਕੀ ਘਾਟਾ ਹੋਣਾ? ਨਾ ਉਹ ਵੱਡਾ ਹੁੰਦਾ ਨਾ ਛੋਟਾ ਹੁੰਦਾ। ਉਹ ਇਹ ਤਾਂ ਆਪਣੇ ਵਾਸਤੇ ਹੈ। ਭੌਂਕਾ ਇਸ ਤਨ ਤਾਈ, ਆਪਣੇ ਇਹ ਸਰੀਰ ਨੂੰ ਬਚਾਉਣ ਵਾਸਤੇ, ਇਹ ਜਨਮ ਨੂੰ ਸਫਲਾ ਕਰਨ ਵਾਸਤੇ ਉਹਦੇ ਗੁਣ ਗਾਉਣੇ ਆ ਆਪਾਂ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਪ੍ਰਭ ਕੀ ਅਕਥ ਕਹਾਣੀ ਤਿਨੇ ਜਾਣੀ, ਜਿਸ ਆ ਪ੍ਰਭ ਕਿਰਪਾ ਕਰੇ। ਜਿਸਨੂੰ ਤੋਂ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਵਖਾਣਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਸ ਤੇ ਕਿਰਪਾ ਕਰਦੇ ਜਨਾ ਦਿੰਦਾ, ਉਹਨੂੰ ਜਦ ਜਾਣਗੇ ਫਿਰ ਉਹ ਬੋਲਦੇ ਨਹੀਂ ਭਾਈ। ਉਹ ਤਾਂ ਹਮੇਸ਼ਾ ਹੀ ਪਰਮੇਸ਼ਰ ਦੇ ਫਿਰ ਸਹਿਜੇ ਸਹਿਜੇ ਗੁਣ ਗਾਉਂਦੇ ਰਹਿੰਦੇ ਹੈ। ਜਿਨ੍ਹਾਂ ਨੇ ਜਾਣਿਆ ਕੁਛ ਨਹੀਂ, ਉਹ ਭਟਕਦੇ ਫਿਰਦੇ ਹੈ। ਇਸੇ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੁਨੀਆ ਦਾ ਭਲਾ ਕਰਦੇ ਹੋਏ ਇਸ ਵੇਲੇ ਕੀਰਤਪੁਰ ਸਾਹਿਬ ਤੋਂ ਕਹਿੰਦੇ ਦਿੱਲੀ ਨੂੰ ਜਾਣ ਲੱਗੇ ਨਾ ਮਹਾਰਾਜ। ਰਾਜੇ ਨੇ, ਔਰੰਗਜ਼ੇਬ ਨੇ ਸੱਦੇ ਸੀ ਮਹਾਰਾਜ, ਤੇ ਰਾਜਾ ਜੈ ਸਿੰਘ ਨਾਲ ਸੀਗਾ ਉਸ ਵੇਲੇ। ਉਸ ਵੇਲੇ ਗੁਰੂ ਪਾਤਸ਼ਾਹ ਜੀ ਨਗਰਾਂ ਸ਼ਹਿਰਾਂ ਨੂੰ ਉਤਾਰਦੇ ਹੋਏ ਕਹਿੰਦੇ ਗੁਰੂ ਪਾਤਸ਼ਾਹ ਜੀ ਪੰਜੋਖਰੇ ਪਹੁੰਚੇ ਹੈ। ਪੰਜੋਖਰੇ ਪਹੁੰਚੇ, ਉੱਥੇ ਗੁਰੂ ਪਾਤਸ਼ਾਹ ਨੇ ਉਤਾਰਾ ਕੀਤਾ, ਡੇਰਾ ਕੀਤਾ। ਵਿਸ਼ਾਲ ਇਕੱਠ ਹੈ, ਬਹੁਤ ਸੰਗਤਾਂ ਨਾਲ ਨੇ ਗੁਰੂ ਪਾਤਸ਼ਾਹ ਦੇ। ਜਿਹੜੇ ਨਗਰ ਵਿੱਚ ਲੰਘਦੇ ਨੇ ਗੁਰੂ ਪਾਤਸ਼ਾਹ ਦੇ ਨਾਲ ਸੰਗਤਾਂ ਵੀਰਾਂ ਕੱਤ ਕੇ ਨਾਲ ਹੀ ਤੁਰਦੀਆਂ ਨੇ। ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਹੋ ਗਿਆ।
ਜਦੋਂ ਉੱਥੇ ਡੇਰਾ ਕੀਤਾ, ਉਤਾਰਾ ਕੀਤਾ, ਉੱਥੇ ਇੱਕ ਕਹਿੰਦੇ ਬਹੁਤ ਉੱਚ ਕੋਟੀ ਦਾ ਬ੍ਰਾਹਮਣ, ਜਿਹੜਾ ਬਹੁਤ ਵਿਦਿਆ ਪੜ੍ਹਿਆ ਹੋਇਆ ਹੈ, ਜਿਹੜਾ ਹੋਰ ਆਪਣੇ ਸਮਾਨਕ ਨੂੰ ਸਮਝਦਾ ਹੀ ਨਹੀਂਗਾ ਵੀ ਜੋ ਕੁਛ ਮੈਨੂੰ ਆਉਂਦਾ ਮੈਨੂੰ ਹੀ ਆਉਂਦਾ, ਬਾਕੀ ਕਿਸੇ ਨੂੰ ਨਹੀਂ ਆਉਂਦਾ। ਇਹ ਵਿਦਿਆ ਦਾ, ਪੜ੍ਹਾਈ ਦਾ ਬੜਾ ਹੰਕਾਰ ਹੈ। ਪਰ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ, ਪੜ੍ਹੀ ਹੈ ਜੇਤੇ ਪੜ੍ਹੀ ਹੈ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚੱਖਣਾ। ਜੇ ਉਹ ਪੜ੍ਹਾਈ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ, ਕੋਈ ਭਲਾਈ ਨਹੀਂ ਹੈ, ਫਿਰ ਤਾਂ ਐਵੇਂ ਹੀ ਬੋਝ ਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਫਿਰ ਤਾਂ ਬੋਝ ਹੀ ਹੈ, ਫਿਰ ਤਾਂ ਕੁਛ ਵੀ ਨਹੀਂ ਉਹਦੇ ਵਿੱਚ। ਜੇ ਪੜ੍ਹ ਲੈ ਕੇ ਬੰਦਾ ਹੰਕਾਰ ਕਰ ਗਿਆ, ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ, ਜਿਹਦੇ ਵਿੱਚ ਲੱਭ ਲਾਲਚ ਸਭ ਤੋਂ ਵੱਡਾ ਹੰਕਾਰ ਆ ਜਾਵੇ, ਉਹਨੂੰ ਮੂਰਖ ਦਾ ਦਰਜਾ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਮੋਹਰ ਲਾ ਦਿੱਤੀ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਵੇਂ ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਤੋਂ ਲੱਦ, ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਇਹ ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਲੇਖੇ ਵਿੱਚ ਇੱਕੋ ਗੱਲ ਹੈ। ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਭਾਵੇਂ ਪੜ ਪੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਲੇਖੇ ਵਿੱਚ ਜੀ ਇੱਕੋ ਗੱਲ ਹੈ। ਲੇਖੇ ਵਿੱਚ ਜੀ ਇੱਕੋ ਗੱਲ ਹੈ। ਲੇਖੇ ਵਿੱਚ ਜੀ ਇੱਕੋ ਗੱਲ ਹੈ। ਤੇਰੇ ਲੇਖੇ ਵਿੱਚ ਜੀ ਇੱਕੋ ਗੱਲ ਹੈ। ਇੱਕੋ ਗੱਲ ਹੈ। ਤੇਰੇ ਲੇਖੇ ਵਿੱਚ ਜੀ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਇਹ ਪਾੜ ਪਾੜ ਗੱਡੀਆਂ ਤੋਂ ਲੱਦ ਲੈ, ਲੇਖੇ ਵਿੱਚ ਇੱਕੋ ਗੱਲ ਹੈ। ਪਾੜ ਪਾੜ ਗੱਡੀਆਂ ਗੱਡੀਆਂ ਤੋਂ ਲੱਦ ਲੈ, ਦੇ ਵਿੱਚ ਇੱਕੋ
ਮਹਾਰਾਜ ਕਹਿੰਦੇ ਕੁਛ ਮਰਜ਼ੀ ਕਰਦਾ ਫਿਰੇ, ਪਰ ਜੇ ਨਾਮ ਵਾਲੀ ਗੱਲ ਨਹੀਂ ਹੈ ਤਾਂ ਕੁਛ ਵੀ ਨਹੀਂਗਾ। ਹੁਣ ਇਹਨੇ ਦੇਖਿਆ ਵੀ ਇਹ ਕੌਣ ਐਸਾ ਉਮਰਾਵ ਉਤਰੇ ਇੰਨਾ ਘੱਟ। ਇੱਕ ਸਿੱਖ ਨੂੰ ਪੁੱਛਦਾ ਹੈ ਇਹ ਕੌਣ ਨੇ, ਕਿੱਥੋਂ ਆਏ, ਕਿੱਥੇ ਜਾ ਰਹੇ ਨੇ, ਨਾਮ ਕੀ ਇਹਨਾਂ ਦਾ? ਸਿੱਖ ਕਹਿਣ ਲੱਗਾ ਇਹ ਕਹਿੰਦੇ ਗੁਰੂ ਨੇ 8ਵੇਂ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੀ ਦੇ ਮਾਲਕ ਨੇ। ਸਾਰੇ ਸੰਸਾਰ ਇਹਨਾਂ ਨੂੰ ਗੁਰੂ ਜਾਣ ਕੇ ਪੂਜਦੇ ਹੈ। ਹਰਿਕ੍ਰਿਸ਼ਨ ਸਾਰਾ ਕੁਝ ਪੁੱਛਿਆ ਕਿੰਨੀ ਉਮਰ ਹੈ, ਕੀ ਹੈ। ਜਦੋਂ ਉਹਨੇ ਦੇਖਿਆ ਵੀ ਉਮਰ ਵੀ 8 ਸਾਲ ਦੀ ਸੀ ਮਹਾਰਾਜ ਦੀ, ਬਹੁਤ ਉਮਰ ਘੱਟ ਹੈ, ਤੇ ਨਾਮ ਵੀ ਹਰਿਕ੍ਰਿਸ਼ਨ ਸਾਹਿਬ। ਕਹਿਣ ਲੱਗਾ ਨਾਮ ਸੁਣ ਕੇ ਉਹਦੇ ਮਨ ਦੇ ਵਿੱਚ ਖੁਣਸ ਖਾਦੀ, ਹੰਕਾਰ ਦੇ ਵਿੱਚ ਬੋਲਦਾ ਹੈ, ਕਹਿੰਦਾ ਵੱਡੇ ਨਾਮ ਰਖਾਉਣ ਤਾਂ ਸੌਖੇ ਨੇ। ਕਹਿੰਦੇ ਦਵਾਪਰ ਯੁੱਗ ਦੇ ਵਿੱਚ ਅਵਤਾਰ ਭਗਵਾਨ ਕ੍ਰਿਸ਼ਨ ਜੀ ਹੋਏ ਨੇ, ਜਿਨ੍ਹਾਂ ਨੇ ਇੱਕ ਗੀਤਾ ਰੂਪ ਗ੍ਰੰਥ ਰਚਿਆ ਜਿਹਦੇ ਸ਼ਲੋਕ ਬੜੇ ਮਹਿੰਗੇ ਨੇ, ਜਿਹਨੂੰ ਪੜ੍ਹ ਸੁਣ ਕੇ ਲੋਕ ਧਰਮ ਦੇ ਰਾਹ ਚੱਲਦੇ ਨੇ, ਗਿਆਨ ਪ੍ਰਾਪਤ ਕਰਦੇ ਹੈ। ਜੇ ਕਿਤੇ ਉਹਦੇ ਮੈਨੂੰ ਅਰਥ ਕਰਕੇ ਸੁਣਾ ਦੇਵੇ ਨਾ, ਗੁਰੂ ਦੀ ਮਹਿਮਾ ਸੁਣ ਕੇ, ਗੁਰੂ ਦੀ ਵਡਿਆਈ ਸੁਣ ਕੇ ਸਹਾਰ ਨਾ ਸਕਿਆ। ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਗੁਰਾਂ ਦੀ ਮਹਿਮਾ, ਭਗਤਾਂ ਪੀਰਾਂ ਦੀ ਮਹਿਮਾ ਚੰਗੀ ਨਹੀਂ ਲੱਗਦੀ। ਬਥੇਰੇ ਕਹਿੰਦੇ ਮਹਾਂਪੁਰਖਾਂ ਦੀਆਂ ਵਰਸ਼ੀਆਂ ਆਦਿ ਕਿਉਂ ਮਨਾਉਣੇ ਹੋ, ਤੁਹਾਨੂੰ ਕਿਹੜਾ ਘਰਿਆ ਕਹਿੰਦਾ ਕਿ ਤੁਸੀਂ ਆਇਆ ਕਰੋ ਵਰਸ਼ੀਏ ਤੇ ਮਨਾਇਆ ਕਰੋ ਭਾਈ। ਵੀ ਜਿਹੜੀ ਪਰਮੇਸ਼ਰ ਦੇ ਪਿਆਰਿਆਂ ਦੀ ਮਹਿਮਾ ਵਡਿਆਈ ਹੈ, ਇਹ ਤਾਂ ਜੁਗਾ ਜੁਗਾਂਤਰ ਹੁੰਦੀ ਰਹੇਗੀ। ਉਹਨੂੰ ਮਿਟਾਉਣ ਵਾਲਾ ਨਾ ਕੋਈ ਜੰਮਿਆ, ਨਾ ਕੋਈ ਮਿਟਾ ਸਕਦਾ ਹੈ। ਨਾਮ ਦੀ ਮਹਿਮਾ ਹੈ, ਪਰਮੇਸ਼ਰ ਦੀ ਭਗਤੀ ਦੀ ਮਹਿਮਾ ਹੈ, ਕਿਸੇ ਦੀ ਬਾਪ ਦੀ ਮਹਿਮਾ ਨਹੀਂ ਹੈ। ਇਹ ਤਾਂ ਜੁਗਾ ਜੁਗਾਂਤਰ ਤੱਕ ਨਾਮ ਹੈ ਤਾਂ ਮਹਿਮਾ ਰਹੂਗੀ, ਮਹਿਮਾ ਲੋਕ ਗਾਈ ਜਾਣਗੇ ਨਾਮ ਜਪਣ ਵਾਲਿਆਂ ਦੀ। ਇਸ ਕਰਕੇ ਗੁਰੂ ਦੀ ਮਹਿਮਾ ਵਡਿਆਈ ਸੁਣ ਕੇ, ਕਿਉਂਕਿ ਇਹ ਪਹਿਲਾਂ ਵੀ ਇਹੀ ਚੱਲਦਾ ਸੀਗਾ। ਇਹ ਤਾਂ ਮਹਾਂਪੁਰਖ ਨੇ ਜੇ ਲੋਕ ਤਾਂ ਜਿਹੜੇ ਤਾਂ ਗੁਰੂ ਪਾਤਸ਼ਾਹ ਦੇ ਨਾਲ ਆਡੇ ਲੈਂਦੇ ਰਹੇ, ਈਰਖਾ ਕਰਦੇ ਰਹੇ। 10ਵੇਂ ਪਾਤਸ਼ਾਹ ਨੂੰ ਆਨੰਦਪੁਰ ਤੋਂ ਕੱਢ ਦਿੱਤਾ, ਦੂਜੇ ਪਾਤਸ਼ਾਹ ਨੂੰ ਖਡੂਰ ਸਾਹਿਬ ਤੋਂ ਕੱਢ ਦਿੱਤਾ ਲੋਕਾਂ ਨੇ। ਇਹਨਾਂ ਦਾ ਕੀ ਲੋਕਾਂ ਦਾ? ਇਹ ਕਿਸੇ ਦੇ ਨਹੀਂ ਹੈ, ਇਹ ਤਾਂ ਆਪਣੇ ਮਤਬਲੀ ਨੇ। ਮਤਬਲ ਪੂਰਾ ਹੋ ਗਿਆ, ਮੀਂਹ ਪੈ ਗਿਆ, ਠੀਕ ਹੈ, ਨਹੀਂ ਚਲੋ ਜੇ ਤੋਂ ਜੇ ਕੋਈ ਨੇੜੇ ਰੱਬਦਾ। ਇਹ ਤਾਂ ਐਸੇ ਨੇ, ਕਿਸੇ ਦੇ ਨਹੀਂ ਬਣਦੇ, ਕਿਸੇ ਦੀ ਸੁਣੋ ਨਾ, ਕੋਈ ਮਰਜ਼ੀ ਕੁਛ ਕਹਿੰਦਾ ਰਹੇ ਪਰਮੇਸ਼ਰ ਦੇ। ਇੱਥੇ ਕਿਹੜਾ ਮਹਾਂਪੁਰਖਾਂ ਦੀ ਆਪਾਂ ਆਰਤੀ ਕਰਦੇ ਹਾਂ? ਇੱਥੇ ਕਿਹੜਾ ਆਪਾਂ ਕੁਛ ਕਰਦੇ ਆ? ਇੱਥੇ ਬਾਣੀ ਪੜ੍ਹੀ ਜਾ ਰਹੀ ਹੈ, ਸੇਵਾ ਕੀਤੀ ਜਾ ਰਹੀ ਹੈ, ਕੁਛ ਕਰਦਾ ਕੋਈ। ਇੱਥੇ ਕਿਹੜੇ ਮਹਾਂਪੁਰਖ ਦੇ ਪੈਰ ਪੁੱਜ ਜਾ ਰਹੇ ਨੇ? ਬਹਿ ਕੇ ਬਾਣੀ ਸੁਣ ਲੈਂਦੇ ਆਪਾਂ, ਸੰਗਤ ਹੋ ਜਾਂਦੀ ਹੈ ਕਲਯੁਗ ਦੇ ਵਿੱਚ। ਹੋਰ ਕੀ ਆ? ਇਹ ਤਾਂ ਕੋਈ ਕਾਰਨ ਕਰਕੇ ਕਾਰਜ ਬਣਦੇ ਹੁੰਦੇ ਨੇ। ਕੋਈ ਕਾਰਜ ਕਾਰਨ ਬਣ ਗਿਆ, ਕਾਰਜ ਬਣ ਗਿਆ। ਕੋਈ ਮਹਾਂਪੁਰਖਾਂ ਦਾ ਆ ਗਿਆ ਦਿਨ, ਕੋਈ ਗੁਰੂ ਮਹਾਰਾਜ ਦਾ ਦਿਨ ਆ ਗਿਆ, ਆਪਾਂ ਇਕੱਠੇ ਹੋ ਜਾਂਦੇ। ਕਿੱਥੇ ਟਾਈਮ ਹੈ ਕਿਸੇ ਕੋਲ ਕੋਈ? ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਐਸੇ ਲੋਕ ਨੇ ਨਾ, ਮਨ ਮੁਖ ਨੂੰ ਚੰਗੀ ਲੱਗੇ ਨਾ ਗੁਰਾਂ ਦੀ ਮਹਿਮਾ। ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ। ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ। ਮਨ ਮੁਖ ਬੰਦਿਆਂ ਨੂੰ ਚੰਗੀ ਲੱਗੇ ਨਾ ਗੁਰਾਂ ਦੀ ਮਹਿਮਾ। ਮੁਖ ਬੰਦਿਆਂ ਨੂੰ
ਮਨ ਮੁਖ ਬੰਦਿਆਂ ਨੂੰ ਲੈਣਾ ਗੁਰਾਂ ਦੀ ਮਹਿਮਾ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ, ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਨ ਮੁਖ ਬੰਦਿਆਂ ਨੂੰ ਜੀ ਲੱਗੇ ਨਾ ਗੁਰਾਂ ਦੀ ਮਹਿਮਾ ਨ ਮੁਖ ਬੰਦਿਆਂ ਨੂੰ ਮਨ ਮੁਖ ਬੰਦਿਆਂ ਨੂੰ ਚੰਗੀ ਲੱਗੇ ਨਾ ਗੁਰਾਂ ਦੀ ਮਹਿਮਾ ਮੁਖ ਬੰਦਿਆਂ ਨੂੰ ਮਨ ਮੁਖ ਜੀ 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 ਬੰਦਿਆਂ ਨੂੰ ਬੰਦਿਆਂ ਨੂੰ ਮਨ ਮੁਖ ਜੀ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਜੀ ਲੱਗੇ ਨਾ ਗੁਰਾਂ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਚੰਗੀ ਲੱਗੇ ਨਾ ਗੁਰਾਂ ਦੀ ਮਹਿਮਾ ਮੁਖ ਬੰਦਿਆਂ ਨੂੰ ਦੀ ਮਹਿਮਾ ਮਨ ਮੁਖ ਬੰਦਿਆਂ ਨੂੰ ਜੀ ਲੱਗੇ ਨਾ ਗੁਰਾਂ ਦੀ ਮਹਿਮਾ ਮੁਖ ਬੰਦਿਆਂ ਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨਮੁਖ ਲੋਕ ਨੇ ਨਾ ਉਹਨਾਂ ਨੂੰ ਪਰਮੇਸ਼ਰ ਦੀ ਮਹਿਮਾ ਨਹੀਂ ਚੰਗੀ ਲੱਗਦੀ, ਗੁਰੂ ਗ੍ਰੰਥ ਸਾਹਿਬ ਚੰਗੇ ਨਹੀਂ ਲੱਗਦੀ, ਉਹਨਾਂ ਨੇ ਉਹ ਲੀਰਾ ਲੀਰਾ ਕਰ ਦਿੱਤਾ। ਇਹ ਲੋਕ ਤਾਂ ਐਸੇ ਨੇ। ਹੁਣ ਜਦੋਂ ਉਹਨੇ ਗੁਰੂ ਦੀ ਮਹਿਮਾ ਸੁਣੀ ਵੀ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇਵ ਦੇ ਵਾਰਸ ਨੇ, ਇੰਨੀ ਦੁਨੀਆ, ਇੰਨਾ ਵਿਸ਼ਾਲ ਇਕੱਠ, ਉਹਨੇ ਸੋਚਿਆ ਵੀ ਸਾਰਾ ਪਖੰਡ ਹੈ, ਐਵੇਂ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਉਸ ਵੇਲੇ ਉਹਨੇ ਇਹ ਕਹਿ ਦਿੱਤਾ ਕਿ ਠੀਕ ਹੈ, ਇਹਨਾਂ ਦਾ ਨਾਮ ਹਰੀ ਕ੍ਰਿਸ਼ਨ ਹੈ, ਮੈਂ ਮੰਨ ਲਓ ਜੇ ਇਹਨਾਂ ਨੇ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ। ਉਹ ਗੁਰੂ ਸੇ ਕਹਿਣ ਲੱਗਾ, ਕਹਿੰਦੇ ਗੁਰੂ ਸ਼ੰਕਾ ਨਾ ਗੁਰੂ ਸਮਰੱਥ ਨੇ, ਗੁਰੂ ਪੂਰੇ ਨੇ, ਗੁਰੂ ਨਾਨਕ ਦੀ ਜੋਤ ਹੈ। ਸਰੀਰ ਦੀ ਗੱਲ ਨਾ ਕਰ, ਉਮਰ ਦੀ ਗੱਲ ਨਾ ਕਰ, ਕਿਉਂਕਿ ਉਹ ਬਹੁਤ ਵਿਦਿਆ ਪੜ੍ਹਿਆ ਹੋਇਆ ਸੀਗੀ, ਵੱਡੀ ਉਮਰ ਸੀ, ਬ੍ਰਾਹਮਣ ਸੀਗਾ। ਉਹ ਕਹਿੰਦਾ ਇੱਥੇ ਖੜ, ਮੈਂ ਗੁਰੂ ਕੋਲ ਜਾਣਾ, ਗੁਰੂ ਤੋਂ ਪੁੱਛ ਕੇ ਆਉਣਾ ਵੇ, ਤੇਰੇ ਜਿਹੜੇ ਸਾਂਕੇ ਨਿਵਰਤ ਕਰ ਦੇਣਗੇ ਉਹ। ਉਸ ਵੇਲੇ ਕਹਿੰਦੇ ਉਹ ਗੁਰਸਿੱਖ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਆ ਕੇ ਹੱਥ ਬੇਨਤੀ ਜੋੜ ਕੇ ਬੇਨਤੀ ਕਰਦਾ, ਮਹਾਰਾਜ ਜੀ ਇੱਕ ਵਾਰ ਬੜਾ ਹੰਕਾਰੀ ਬ੍ਰਾਹਮਣ ਆਇਆ, ਜਿਹਨੂੰ ਆਪਣੀ ਵਿਦਿਆ ਤੇ ਬੜਾ ਮਾਣ, ਬੜਾ ਹੰਕਾਰ ਹੈ। ਉਹ ਆਪ ਸ਼ੰਕਿਆ ਕਰਦਾ ਵੀ ਆਪ ਜੀ ਦਾ ਨਾਮ ਹਰੀ ਕ੍ਰਿਸ਼ਨ, ਉਮਰ ਬੜੀ ਛੋਟੀ ਹੈ, ਐਵੇਂ ਕੋਈ ਗੱਲ ਨਹੀਂ, ਬਾਤ ਨਹੀਂ, ਐਵੇਂ ਡਾਂਫਰ ਜਾ ਰੱਖੇ ਹੈ ਜੀ। ਇਹ ਗੀਤਾ ਦੇ ਅਰਥ ਕਰਕੇ ਸੁਣਾ ਦੇਣ।
ਉਹ ਸ਼ਲੋਕਾਂ ਨੂੰ ਪੜ੍ਹ ਕੇ ਮੈਨੂੰ ਸੁਣਾ ਦੇਣ, ਮੈਂ ਮੰਨ ਲਵਾਂਗਾ। ਪਾਤਸ਼ਾਹ ਕਹਿੰਦੇ ਕੋਈ ਨਹੀਂ ਲਿਆ। ਉਹਦੇ ਕਿਸੇ ਨੇ ਕਹਿੰਦੇ ਮਨ ਬੁੱਧੀ ਨੇਤਰਾਂ ਦੇ ਵਿੱਚ ਹੰਕਾਰ ਦਾ ਫੁੱਲਾ ਉਤਰਿਆ ਹੋਇਆ, ਹੰਕਾਰ ਹੀ ਬਣਿਆ ਪਿਆ, ਹੁਣ ਕਹਿੰਦਾ ਨਹੀਂ ਕੁਛ ਲਿਆ। ਉਹਦੇ ਕਹਿੰਦੇ ਆਪਾਂ ਗਿਆਨ ਰੂਪੀ ਨਾਮ ਰੂਪੀ ਕਹਿੰਦੇ ਸੁਰਮਾ ਪਾ ਕੇ ਉਹਦੇ ਬੁੱਧ ਨੇਤਰ ਸਾਫ਼ ਕਰ ਦਿਆਂਗੇ। ਜਾਂ ਲਿਆ। ਉਹ ਸਿੱਖ ਉਹਦੇ ਕੋਲ ਗਿਆ, ਸਿੱਖ ਕਹਿਣ ਲੱਗਾ ਜਾ। ਉਸ ਵੇਲੇ ਬੜੇ ਹੰਕਾਰ ਦੇ ਵਿੱਚ, ਮੈਂ ਵੱਡਾ ਹਾਂ, ਮੈਂ ਵਿਦਵਾਨ ਹਾਂ, ਮੇਰੀ ਉਮਰ ਵੱਡੀ ਹੈ, ਮੇਰੇ ਬਰਾਬਰ ਕੀ ਨੇ, ਇਹ ਤਾਂ ਛੋਟੇ ਜਿਹੇ ਨੇ। ਨਾ ਕੋਈ ਆ ਕੇ ਨਮਸਕਾਰ, ਨਾ ਕੋਈ ਸਲਾਮ, ਨਾ ਮੱਥਾ ਜਾ ਕੇ ਖੜ ਗਿਆ ਕਿਲੇ ਵਾਂਗੂ। ਜਿਹੜਾ ਹੰਕਾਰ ਹੈ ਮੈਂ ਮੇਰੀ ਹੈ, ਇਹ ਗੁਰੂ ਪਾਤਸ਼ਾਹ ਜੀ ਕਹਿੰਦੇ ਬਹੁਤ ਬੁਰਾ ਪਾਈ। ਜੇ ਕਿਸ ਨੂੰ ਲੱਗ ਗਿਆ ਨਾ, ਉਹਦਾ ਜਨਮ ਹੀ ਖਤਮ ਹੈ। ਪਤਾ ਨਹੀਂ ਕਿੰਨੇ ਕੁ ਜਨਮ ਖਤਮ ਹੋਣਗੇ। ਹਉਮੈ ਇਹ ਬੰਧਨਾ ਫਿਰ ਜੂਨੀ ਪਾਹੇ। ਇਹ ਜਿਹੜਾ ਹਉਮੈ ਦਾ ਬੰਧਨ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਲੱਗ ਗਿਆ ਨਾ, ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿੱਚ ਘਮਾਊ। ਆਪਾਂ ਨੂੰ ਕੀ ਪਤਾ ਕਿੰਨਾ ਚਿਰ ਲੱਗਣਾ ਹੈ। ਬੜਾ ਲੰਮਾ ਰੋਗ ਹੈ, ਮਿਟਣ ਵਾਲਾ ਨਹੀਂ। ਪਰ ਜੇ ਕਿਤੇ ਗੁਰੂ ਸ਼ਬਦ ਦੀ ਆਪਾਂ ਨੂੰ ਦਾਤ ਮਿਲ ਜਾਵੇ, ਗੁਰੂ ਦੀ ਚਰਨ ਮਿਲ ਜਾਵੇ, ਫਿਰ ਇਹ ਕੱਟਿਆ ਜਾਂਦਾ ਹੈ। ਨਹੀਂ ਕੱਟਿਆ ਜਾਂਦਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ, ਖਾਲਿਆ ਮਨਾਵੇ ਤੈਨੂੰ ਹਉਮੈ ਵਾਲੇ ਰੋਗ ਨੇ। ਖਾਲਿਆ ਮਨਾ ਹਉਮੈ ਵਾਲੇ ਰੋਗ ਨੇ। ਖਾਲਿਆ ਮਨਾਵੇ ਤੈਨੂੰ 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 ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਖਾਲਿਆ ਮਨਾਵੇ ਤੈਨੂੰ ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ। ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ। ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਤੈਨੂੰ ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਖਾਲਿਆ ਮਨਾ ਤੈਨੂੰ ਹਉਮੈ ਵਾਲੇ ਰੋਗ ਨੇ। ਖਾਲਿਆ ਮਨਾਵੇ ਤੈਨੂੰ ਹਉਮੈ ਵਾਲੇ ਰੋਗ ਨੇ। ਖਾਲਿਆ ਮਨਾਵੇ ਤੈਨੂੰ ਹਉਮੈ ਵਾਲੇ। ਖਾਲਿਆ ਮਨਾਵੇ ਤੈਨੂੰ ਹਉਮੈ ਵਾਲੇ ਰੋਗ ਨੇ। ਹਉਮੈ ਵਾਲੇ ਰੋਗ ਨੇ। ਮਨਾਵੇ ਤੈਨੂੰ ਹਉਮੈ ਵਾਲੇ ਰੋਗ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਹਉਮੈ ਦੇ ਰੋਗ ਨੇ ਇਹਨੂੰ ਖਾ ਲਿਆ, ਖਤਮ ਕਰ ਦਿੱਤਾ। ਹਰ ਜੀਉ ਹੰਕਾਰ ਨ ਭਾਵੀ ਵੇਦ ਕੂਕ। ਗੁਰੂ ਪੀਰਾਂ ਨੂੰ, ਪਰਮੇਸ਼ਰ ਨੂੰ ਜਿਹੜਾ ਹੰਕਾਰ ਹੈ ਬਿਲਕੁਲ ਚੰਗਾ ਨਹੀਂ ਲੱਗਦਾ।
ਕਿਉਂਕਿ ਜਿੱਥੇ ਹੰਕਾਰ ਹੈ ਉੱਥੇ ਕੁਛ ਵੀ ਨਹੀਂਗਾ। ਹਉਮੈ ਨਾਮੈ ਵਿਰੋਧ ਹੈ, ਦੋਇ ਨਾ ਬਸੈ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ। ਗੁਰੂ ਮਹਾਰਾਜ ਕਹਿੰਦੇ ਹਉਮੈ ਦੇ ਵਿੱਚ ਕੁਛ ਨਹੀਂ ਹੁੰਦਾ। ਉਸ ਵੇਲੇ ਜਾ ਕੇ ਖੜਾ ਹੈ ਪਾਤਸ਼ਾਹ, ਕਹਿੰਦੇ ਹਾਂ ਕੀ ਚਾਹੁੰਦਾ ਦੱਸ ਭਾਈ। ਉਹਨੇ ਉਹੀ ਗੱਲ ਦੁਹਰਾਈ, ਕਹਿਣ ਲੱਗੇ ਜੀ ਦੁਆਪਰ ਯੁੱਗ ਦੇ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਹੋਏ ਹੈ, ਤੁਸੀਂ ਉਹਨਾਂ ਤੋਂ ਜਿਹੜਾ ਨਾਮ ਹੈ ਵੱਡਾ ਰਖਵਾਇਆ ਹਰਿਕ੍ਰਿਸ਼ਨ ਸਾਹਿਬ, ਉਮਰ ਬੜੀ ਘੱਟ ਹੈ, ਉਹਨਾਂ ਨੇ ਗੀਤਾ ਰੂਪੀ ਗ੍ਰੰਥ ਰਚਿਆ, ਤੁਸੀਂ ਉਹਦੇ ਮੈਨੂੰ ਅਰਥ ਕਰਕੇ ਸੁਣਾ ਦਿਓ, ਪੜ੍ਹ ਕੇ ਸੁਣਾ ਦਿਓ, ਮੈਂ ਸਮਝ ਜਾਵਾਂਗਾ ਵੀ ਤੁਹਾਡਾ ਨਾਮ ਰਖਾਇਆ ਠੀਕ ਹੈ, ਨਹੀਂ ਤਾਂ ਐਵੇਂ ਡੰਪ ਝੂਠੀ ਹੈ, ਕੁਛ ਨਹੀਂ ਹੈ। ਪਾਤਸ਼ਾਹ ਕਹਿੰਦੇ ਜੇ ਮੈਂ ਤੈਨੂੰ ਅਰਥ ਕਰਕੇ ਸੁਣਾ ਦਿੱਤੀ ਨਾ, ਤੇਰੀ ਸ਼ੰਕਾ ਫਿਰ ਰਹਿ ਜਾਣੀ ਹੈ, ਤੇਰੀ ਸ਼ੰਕਾ ਨਿਵਰਤ ਨਹੀਂ ਹੋਣੀ। ਕਹਿਣਗੇ ਗੁਰੂ ਦੇ ਸਾਹਿਬਜ਼ਾਦੇ ਛੋਟੀ ਉਮਰ ਦੇ ਵਿੱਚ ਕੋਈ ਚੰਗਾ ਪਿੰਡ ਭਾਵ ਕੇ ਪੰਡਤ ਵਿਦਵਾਨ ਰੱਖ ਕੇ ਪੜ੍ਹ ਲਏ ਹੋਣਗੇ, ਪੜ੍ਹਾ ਦਿੱਤੇ ਹੋਣਗੇ, ਫੇਰ ਤੇਰੀ ਸ਼ੰਕਾ ਨਿਵਰਤ ਨਹੀਂ ਹੋਣੀ। ਜੇ ਤੂੰ ਆਪਣੀ ਹੁਣ ਪੂਰੀ ਹੀ ਗੱਲ ਤੇ ਪੁਸ਼ਟੀ ਕਰਨੀ ਹੈ ਨਾ, ਹੁਣ ਤੂੰ ਆਈ ਹੈ ਚੱਲ ਕੇ ਗੁਰੂ ਨਾਨਕ ਦੀ, ਤੂੰ ਅੰਤ ਲੈਣਾ ਚਾਹਣਾ ਹੈ ਨਾ, ਦੇਖਣਾ ਚਾਹਣਾ ਵੀ ਕੀ ਚੀਜ਼ ਹੈ। ਕਹਿੰਦੇ ਫਿਰ ਤੂੰ ਲੈ ਕੇ ਆ ਨਾਗਰ ਦੇ ਵਿੱਚ, ਤੂੰ ਜਮਸਨ ਜਾਣਦਾ ਹੋਵੇਂ ਵੀ ਇਹ ਬਿਲਕੁਲ ਕਾਮਲਾ ਤੇ ਅਨਪੜ੍ਹ ਹੈ, ਲੈ ਕੇ ਆ ਜਾ। ਉਸ ਵੇਲੇ ਕਹਿੰਦੇ ਉਹ ਬ੍ਰਾਹਮਣ ਲਾਲ ਚੰਦ ਪੰਡਤ ਕਹਿੰਦੇ ਪੰਜੋਖਰੇ ਨਾਗਰ ਦੇ ਵਿੱਚ ਗਿਆ, ਉੱਥੇ ਇੱਕ ਝੀਵਰਾਂ ਦਾ ਮੁੰਡਾ ਸੀ ਜਿਹਦਾ ਨਾਮ ਸੱਜੂ ਸੀਗਾ। ਕਹਿੰਦੇ ਲੋਕਾਂ ਦੇ ਗ੍ਰਹਿ ਵਿੱਚ ਪਾਣੀ ਭਰਨ ਦੀ ਕੰਮ ਕਰਦਾ ਸੀਗਾ, ਬਿਲਕੁਲ ਅਨਪੜ੍ਹ ਹੈ, ਕਮਲਾ ਹੈ, ਕੰਨਾਂ ਤੋਂ ਵਹਿਰਾ ਹੈ, ਕੋਈ ਅਕਲ ਨਹੀਂ, ਰੰਗ ਦਾ ਕਾਲਾ ਜੈ। ਉਹਨੇ ਆਪ ਤਾਂ ਕੀ ਪੜ੍ਹਨਾ ਸੀ, ਕੋਈ ਪੜ੍ਹਦਾ ਵੀ ਨਹੀਂ ਦੇਖਿਆ ਹੋਣਾ, ਕੋਈ ਪੜ੍ਹਦਾ ਵੀ ਨਹੀਂ ਦੇਖਿਆ ਹੋਣਾ, ਉਹਨੇ ਮਾੜਾ ਮੋਟਾ ਇਸ਼ਾਰਾ ਸਮਝਦਾ ਸੀਗਾ। ਪੰਡਤ ਨੇ ਇਸ਼ਾਰਾ ਕੀਤਾ, ਮੇਰੇ ਨਾਲ ਚੱਲ। ਅੱਜ ਕੋਈ ਭਾਗਾਂ ਵਾਲਾ ਦਿਨ ਆਇਆ ਜਿਹੜਾ ਸੱਜੂ ਨੂੰ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਹੋ ਰਹੀ ਹੈ। ਭਾਗਾਂ ਦੇ ਨਾਲ ਗੁਰੂ ਪੂਰੇ ਮਿਲਦੇ ਨੇ। ਕਹਿੰਦੇ ਸੱਜੂ ਉਹਦੇ ਮਗਰ ਮਗਰ ਜਾ ਰਿਹਾ, ਪੰਡਤ ਮੂਰੇ ਮੂਰੇ ਗੁਰੂ ਚਰਨਾਂ ਦੇ ਜਾ ਖੜਾ ਦਿੱਤਾ। ਪੰਡਤ ਬੜਾ ਖੁਸ਼ ਹੈ, ਬੜੇ ਗੂਝ ਉਹਨੇ ਅਰਥ ਢੂੰਡ ਲਏ ਵੀ ਆਹ ਪੁੱਛੂਗਾ, ਇਹ ਤਾਂ ਕੋਈ ਚੰਗੀ ਤੋਂ ਚੰਗਾ ਵਿਦਵਾਨ ਵੀ ਦੇ ਸਕਦਾ ਲੱਗੂਗਾ, ਇਹਨੇ ਕੀ ਬੋਲਣਾ ਉੱਥੇ, ਮਜ਼ਾਕ ਉਡਾਵਾਂ ਗੁਰੂ ਦਾ। ਇਹ ਵੀ ਕਹਿ ਦਿੱਤਾ ਸੀ ਉਹਨੇ ਵੀ ਜੇ ਤੁਹਾਤੋਂ ਅਰਥ ਨਾ ਸੁਣਾਏ ਗਏ ਗੁਰੂ ਪਾਤਸ਼ਾਹ ਨੂੰ ਤਾਂ ਮੈਨੂੰ ਗੁਰੂ ਮੰਨਣਾ ਪਊਗਾ। ਇਹ ਕਹਿ ਤੂੰ ਨੇ ਵੀ ਤੁਸੀਂ ਬਣੇ ਫਿਰਦੇ ਹੋ, ਜੇ ਨਾ ਗੱਲ ਬਣੀ ਤਾਂ ਮੇਰੇ ਪੈਰੀ ਲੱਗਣਾ ਪਊਗਾ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਤੂੰ ਲੈ ਤਾਂ ਲੈ ਕੇ ਤਾਂ। ਉਸੇ ਵੇਲੇ ਕਹਿੰਦੇ ਫਿਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬਿਠਾ ਦਿੱਤਾ, ਕਹਿੰਦੇ ਆ ਲਓ ਜੀ ਇਹ ਤੋਂ ਕਰਾ ਕੇ ਦਿਖਾਓ। ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਕਿਉਂਕਿ ਕਰਤ ਨਾ ਲਾਗੀ ਬਾਰ। ਗੁਰੂ ਮਹਾਰਾਜ ਨੂੰ ਕੀ ਦੀਰੀਆਂ ਲੱਗਦੀਆਂ ਨੇ, ਉਹ ਕਿਹੜਾ ਪੜ੍ਹਨ ਸਮਝਾਉਣਾ ਦੀ ਮਾਰਾ ਵੀ ਚੱਲ ਵੀ ਸਕੂਲ ਜਾ ਪੜ੍ਹ ਕੇ ਪਹਿਲਾਂ। ਗੁਰੂ ਮਹਾਰਾਜ ਨੂੰ ਕੋਈ ਨਹੀਂ, ਨਾਨਕ ਨਦਰੀ ਨਾਦਰ ਹੋ ਗਈ ਬਸ। ਉਸ ਵੇਲੇ ਕਹਿੰਦੇ ਸੱਜੂ ਝੀਵਰ ਦੇ ਸਿਰ ਤੇ ਗੁਰੂ ਪਾਤਸ਼ਾਹ ਕੋਲ ਛਟੀ ਹੁੰਦੀ ਛੋਟੀ ਜੀ, ਉਹ ਛਟੀ ਅਜੇ ਵੀ ਪੰਜੋਖਰਾ ਸਾਹਿਬ ਵਿੱਚ ਪਈ ਹੈ। ਉਹ ਛਟੀ ਪਈ ਹੈ ਜੋ ਉੱਥੇ ਲੋਕ ਦਰਸ਼ਨ ਕਰਦੇ ਆ ਉਹਦੇ, ਉਹ ਛਟੀ ਉਹ ਜੋ ਉੱਥੇ ਪਈ ਹੈ। ਕਹਿੰਦੇ ਗੁਰੂ ਪਾਤਸ਼ਾਹ ਨੇ ਉਹਦੇ ਸਿਰ ਤੇ ਰੱਖ ਦਿੱਤੀ ਸੱਜੂ ਜੀ ਉਹਦੇ। ਕਹਿੰਦੇ ਭਾਈ ਆ ਪਿੰਡ ਪਾਪ ਜਾਂ ਪੰਡਤ ਦਾ ਵਿਦਵਾਨ ਹੈ, ਇਹਨੂੰ ਗੀਤਾ ਦੇ ਅਰਥ ਕਰਕੇ ਸੁਣਾ ਦੇ, ਗੀਤਾ ਦੇ ਅਰਥ ਕਰਕੇ ਸੁਣਾ ਦੇ। ਉਸ ਵੇਲੇ ਜਦੋਂ ਛੱਡੀ ਰੱਖੀ ਗੁਰੂ ਪਾਤਸ਼ਾਹ ਨੇ, ਕਹਿੰਦੇ ਉਸ ਵੇਲੇ ਜਿਹੜੀ ਉਹਦੀ ਜ਼ੁਬਾਨ ਸੀ ਉਹ ਉਗੜ ਗਈ, ਬੋਲਣ ਲੱਗ ਪਈ। ਸੁਣੈ ਗੂੰਗ ਜੋ ਜਾਹੇ ਸੁਰਸ ਨਾ ਪਾਵੇ, ਸੁਣੈ ਮੂੜ ਜਤ ਲਾਏ ਚਤੁਰਤਾ। ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਨੇ। ਇਹ ਤਾਂ ਪਿੱਛੇ ਵੀ ਇੱਕ ਵੀਡੀਓ ਆਈ ਸੀਗੀ ਬਾਬਾ ਗੁਰਦਿੱਤ ਜੀ ਗੁਰਦੁਆਰੇ ਤੋਂ, ਕਹਿੰਦੇ ਉਹ ਸੇਵਾਦਾਰ ਸੀ, ਉਹ ਗੂੰਗਾ ਸੀ ਬਿਲਕੁਲ ਜਨਮ ਤੋਂ ਹੀ।
ਉੱਥੇ ਸੇਵਾ ਕਰਦਾ ਝਾੜੂ ਮਾਰਨ ਦੀ। ਕਹਿੰਦੇ ਹੁਣ ਕਹਿੰਦੇ 100 ਦੇ ਵਿੱਚ 70% ਬੋਲਣ ਲੱਗ ਪਿਆ। ਬਿਲਕੁਲ ਉਹ ਸੀਗਾ, ਗੁੰਗਾ ਸੀਗਾ। ਆ ਹੁਣ ਥੋੜੇ ਚਿਰ ਦੀ ਗੱਲ ਹੈ। ਗੁਰੂ ਨਾਨਕ ਕਿਹੜਾ ਕਿਤੇ ਗਏ ਨੇ? ਗੁਰੂ ਨਾਨਕ ਜੋਤ ਹੈ, ਸ਼ਬਦ ਹੈ, ਮੌਜੂਦ ਨੇ। ਜਿਹੜਾ ਸ਼ਰਧਾ ਰੱਖਦਾ ਤੇ ਪਹਿਲਾਂ ਜਦ ਵੀ ਉਹਨਾਂ ਦੀ ਝੋਲੀਆਂ ਭਰਦੀਆਂ ਸੀਗੀਆਂ, ਜੇ ਗੁਣ ਸ਼ਬਦ ਰੱਖਣ ਨੂੰ ਝੋਲੀਆਂ ਭਰਦੇ ਨੇ ਗੁਰੂ ਮਹਾਰਾਜ ਚਰਨਾਂ ਚੋਂ। ਸ਼ਰਧਾ ਦੀ ਗੱਲ ਹੈ, ਭਾਵਨਾ ਦੀ ਗੱਲ ਹੈ। ਹੁਣ ਉਸ ਵੇਲੇ ਸਿਰ ਤੇ ਛੱਡੀ ਰੱਖੀ, ਉਸ ਵੇਲੇ ਹੀ ਇੱਥੇ ਗੂੰਗੀਆਂ ਜ਼ਬਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਗੇ। ਗੂੰਗੀਆਂ ਜ਼ਬਾਨਾਂ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਗੇ। ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਬੋਲਿਆਂ ਨੂੰ ਬੋਲ ਪੈਂਦੀਆਂ, ਬੋਲਿਆਂ ਨੂੰ ਬੋਲ ਸੁਣਦੇ। ਬੋਲਿਆਂ ਨੂੰ ਬੋਲ ਸੁਣਦੇ। ਮਹਾਰਾਜ ਕਹਿੰਦੇ ਇੱਥੇ ਤਾਂ
ਜੋ ਮਰਜੀ ਕਰਦੇ ਗੁਰੂ ਮਹਾਰਾਜ ਸਮਰੱਥ ਨੇ। ਪਿੰਗਲ ਪਰਬਤ ਪਾਰ ਪਰੇ ਖਲ ਚਾਤਰ ਵਗੀਤਾ। ਅੰਦਰੇ ਤਿਲ ਭਾਗਵਨ ਸੋਝਿਆ ਗੁਰ ਭੇਟ ਭਨੀਤਾ। ਖਲ ਪੰਡਤ ਤੇ ਮੂਰਖ ਖਲ ਪੰਡਤ ਤੇ ਕਹਿੰਦੇ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਦਗਾਰੀ। ਇੱਥੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਖਲ ਮੂਰਖਤ ਪੰਡਤ ਬਣ ਜਾਂਦੇ ਨੇ। ਜਿਹੜਾ ਕਿ ਆਪਣੇ ਪੰਡਤ ਕਹਿੰਦਾ ਉਹ ਮੂਰਖ ਬਣ ਜਾਂਦਾ ਜਿੱਥੇ ਆ ਕੇ ਹੰਕਾਰ ਕਰੇ। ਸਮਰੱਥ ਨੇ ਉਸ ਵੇਲੇ ਗੁਰੂ ਪਾਤਸ਼ਾਹ ਛੱਡੀ ਰੱਖੀ। ਉਸੇ ਵੇਲੇ ਬੋਲੇ, ਕਹਿਣ ਲੱਗੇ ਪੰਡਤ ਦੱਸ ਕਿਹੜੀ ਭਾਸ਼ਾ ਪੜ੍ਹਿਆ ਤੂੰ? ਉਹ ਭਾਸ਼ਾ ਦੇ ਕਹਿੰਦੇ ਮੁਤਾਬਕ ਤੈਨੂੰ ਮੈਂ ਜਵਾਬ ਦਊਂਗਾ, ਬੋਲ ਅਰਥ। ਉਸ ਵੇਲੇ ਕਹਿੰਦੇ ਜਿਹੜਾ ਪੰਡਤ ਹੈ ਉਹ ਸ਼ਲੋਕ ਪੜ੍ਹਦਾ, ਨਹੀਂ ਪੜ੍ਹੇ ਜਾਂਦੇ ਕਿ ਹੋਰ ਹੀ ਕੁਝ ਹੋ ਗਿਆ ਉੱਥੇ ਤਾਂ ਕੁਛ ਹੋਰ ਹੀ ਹੋ ਗਿਆ। ਕਹਿੰਦੇ ਉਹਦੇ ਅੰਦਰ 10 ਸਵਾਲ ਸੀਗੇ। ਭਾਈ ਸੱਜੂ ਜੀ ਨੇ ਗੁਰੂ ਕਿਰਪਾ ਦੇ ਨਾਲ 20 ਦਾ ਉੱਤਰ ਦੇ ਦਿੱਤਾ। ਬੋਲਣ ਨਹੀਂ ਦਿੰਦਾ ਉਹਨੂੰ, ਕਹਿੰਦੇ ਲੋਟ ਬੋਲ, ਸਿੱਧਾ ਬੋਲ। ਉਸ ਵੇਲੇ ਜਿਹੜਾ ਪੰਡਤ ਸੀ, ਜਿਹੜਾ ਹਉਮੈ ਦਾ ਹੰਕਾਰ ਚੱਕੜਾ ਚੂਰ ਹੋ ਗਿਆ। ਫਿਰ ਉਹ ਹੱਥ ਜੋੜਦਾ ਹੈ, ਐਸਾ ਸਤਿਗੁਰ ਸੁਣੀਦਾ ਤੈ ਸੋਈ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਗਾਵ। ਉਸ ਵੇਲੇ ਉਹਨੇ ਹੱਥ ਜੋੜੇ, ਸੱਚੇ ਪਾਤਸ਼ਾਹ ਜੀ ਜੈਸਾ ਸੁਣਿਆ ਤੀ ਸਤ ਗੁਰ ਮੇਰਾ। ਦੇਖਿਆ ਨਾਲ ਅੱਖੀਆਂ ਦੇ, ਸੁਣਿਆ ਤੀ ਸਤ ਗੁਰ ਮੇਰਾ। ਦੇਖਿਆ ਨਾਲ ਅੱਖੀਆਂ ਦੇ, ਨਾਲ ਅੱਖੀਆਂ ਦੇ। ਸੁਣਿਆ ਸੀ ਸਤਿਗੁਰ ਮੇਰਾ। ਦੇਖਿਆ ਨਾਲ ਅੱਖੀਆਂ ਦੇ। ਦੇਖਿਆ ਨਾਲ ਅੱਖੀਆਂ। ਸਤਿਗੁਰ ਮੇਰਾ ਜਾਨਾ ਅੱਖੀਆਂ ਦੇ। ਦੇਖਿਆ ਨਾਲ ਜੀ 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 ਅੱਖੀਆਂ ਦੇ।
ਦੇਖਿਆ ਨਾਲ ਜੀ ਅੱਖੀਆਂ ਦੇ ਸੋਹਣੇ ਆਸੀ ਸਤਿਗੁਰ ਮੇਰਾ ਦੇਖਿਆ ਨਾਲ ਅੱਖੀਆਂ ਦੇ ਸੋਹਣੇ ਆਸੀ ਸਤਿਗੁਰ ਮੇਰਾ ਦੇਖਿਆ ਨਾਲ ਅੱਖੀਆਂ ਦੇ ਕਹਿੰਦੇ ਜੈਸਾ ਸੁਣਿਆ ਉਸਾ ਦੇਖਿਆ। ਬੋਲਿਓ ਲੱਕੀ ਮਹਿਮਾ ਅਨੂਪ ਸ਼੍ਰੀ ਕ੍ਰਿਸ਼ਨ ਸੋ ਕ੍ਰਿਸ਼ਨ ਸਰੂਪ। ਉਹ ਬੋਲਦਾ ਕਹਿੰਦਾ ਜੈਸਾ ਸੁਣਿਆ ਸੀਗਾ ਉਹ ਸੀ ਨੇ ਜਿਹੜੇ ਸ਼੍ਰੀ ਕ੍ਰਿਸ਼ਨ ਰੂਪ ਨਾ ਸ਼੍ਰੀ ਕ੍ਰਿਸ਼ਨ ਜੀ ਨੇ ਉਹ ਕ੍ਰਿਸ਼ਨ ਦਾ ਰੂਪ ਨੇ। ਉਸ ਵੇਲੇ ਉਹਦਾ ਚੰਗੇ ਭਾਗ ਜਾ ਕੇ ਪੰਡਤ ਦੇ ਕਹਿੰਦੇ ਫਿਰ ਡੰਡੇ ਵੱਤ ਲੰਮਾ ਪੈ ਕੇ ਗੁਰੂ ਪਾਤਸ਼ਾਹ ਨੇ ਡੋਤ ਕੀਤੀ। ਫਿਰ ਕੀ ਕਿਹਾ ਮਹਾਰਾਜ ਕਹਿੰਦੇ ਕਿਰਪਾ ਕਰੋ ਮਹਾਰਾਜ ਜੀ ਮੈਨੂੰ ਨਹੀਂ ਪਤਾ ਸੀਗਾ, ਮੇਰੀ ਭੁੱਲ ਬਖਸ਼ਿਸ਼ ਕਰੋ ਤੇ ਮੈਨੂੰ ਆਪਣੇ ਚਰਨਾਂ ਦੀ ਪੌਲ ਦੇ ਕੇ ਆਪਣਾ ਸਿੱਖ ਬਣਾ ਲਓ। ਫਿਰ ਉਸ ਵੇਲੇ ਗੁਰੂ ਮਹਾਰਾਜ ਨੇ ਉਹਨੂੰ ਮੰਜੀ ਬਖਸ਼ਿਸ਼ ਕੀਤੀ ਸੀ, ਚਰਨਾਂ ਦੀ ਪੌਲ ਦਿੱਤੀ। ਫਿਰ ਜਿੰਨਾ ਚਿਰ ਕਹਿੰਦੇ ਪੰਡਤ ਜਿੰਦਾ ਰਿਹਾ ਨਾ ਉਹਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਫਿਰ ਇਹ ਕਿਹਾ ਕਰਦਾ ਸੀਗਾ ਜੋ ਵੱਡਿਆਂ ਦੀ ਤੁਕ ਸੀਗੀ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਵਕੀਤਾ ਅੰਦਲੇ ਤੇਰੇ ਭਾਵਨ ਸੁਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਕੀ ਸੁਣੋ ਮੇਰੇ। ਇਹ ਤਾਂ ਰੱਬ ਦੇ ਪਿਆਰਿਆਂ ਦੇ ਗੁਰੂ ਪਿਆਰਿਆਂ ਦੀ ਮਹਿਮਾ ਭਾਈ। ਜਿਹੜਾ ਗੁਰੂ ਦੇ ਨਾਲ ਮਿਲਦਾ ਹੈ ਫਿਰ ਉਹਦੀ ਮਹਿਮਾ ਅਪਰ ਅਪਾਰ ਹੋ ਜਾਂਦੀ। ਇਸ ਕਰਕੇ ਗੁਰੂ ਮਹਾਰਾਜ ਦਾ ਬੜੇ ਕੌਤਕ ਕੀਤੇ ਮਹਾਰਾਜ ਨੇ। ਬੜੇ ਰੋਗੀਆਂ ਦੇ ਰੋਗ ਤੋੜੇ, ਜਿਨ੍ਹਾਂ ਦੇ ਫੁਰਨੇ ਸਾਰੇ ਪੂਰੇ ਕਰ ਦਿੱਤੇ। ਜਿਹੜਾ ਕੋਈ ਆਉਂਦਾ ਸੀ ਗੁਰੂ ਪਾਤਸ਼ਾਹ ਚਰਨਾਂ ਦੇ ਵਿੱਚ, ਇੱਕ ਪੰਡਤ ਕੋਹੜ ਦੇ ਨਾਲ ਦੁਖੀ ਸੀ ਮਹਾਰਾਜ ਦੇ, ਉਹਨੇ ਕਿਰਪਾ ਕੀਤੀ। ਪੰਡਤਾਂ ਨੇ ਕਹਿੰਦੇ ਦੇਖਦੇ ਆਪਾਂ ਨਾਲੇ ਪਤਾ ਲੱਗ ਜੂ ਵੀ ਕਿੰਨੀ ਕੁ ਮਹਿਮਾ ਨੇ ਵਿੱਚ, ਨਾਲੇ ਜੇ ਮੈਂ ਕਿਰਪਾ ਹੋ ਗਈ ਆਪਣਾ ਜਿਹੜਾ ਭਾਈਚਾਰਾ ਹੈ ਆਪਣੀ ਹੈ ਪੰਡਤ ਇਹਦਾ ਰੁਕਟਿਆ ਜਾਊਗਾ। ਚਰਨਾਂ ਮਹਾਰਾਜ ਮਹਾਰਾਜ ਪਾਲਕੀ ਆ ਰਹੀ ਸੀਗੀ, ਉਹ ਜਿਹੜਾ ਕੋਹੜੀ ਪੰਡਤ ਸੀ ਗੁਰੂ ਚਰਨਾਂ ਭਾਵ ਕੇ ਰਾਹ ਵਿੱਚ ਪਾ ਦਿੱਤਾ। ਪਾਲਕੀ ਰੁਕੀ, ਪੁੱਛਦੇ ਕਹਿੰਦੇ ਪਾਲਕੀ ਰੁਕੀ, ਕਹਿੰਦੇ ਮਾਰੇ ਇੱਕ ਕੋਹੜੀ ਆ ਕਿ ਸਾਡੇ ਕੋਲ ਭੇਜੋ ਉਹਨੂੰ। ਪਾਤਸ਼ਾਹ ਨੇ ਕਿਹਾ ਕਹਿੰਦੇ ਭਾਈ ਕੋਈ ਨਹੀਂ ਕਿਰਪਾ ਕਰਨਗੇ। ਮਹਾਰਾਜ ਖਾਤਾ ਰਮਾਲ ਹੁੰਦਾ ਸੀਗਾ ਉਹ ਦੇ ਦਿੱਤਾ ਉਹਨੂੰ, ਛੱਡੀ ਰੱਖੀ ਸਿਰ ਤੇ। ਕਹਿੰਦੇ ਆ ਲੈ ਜਾ ਇਹਨੂੰ ਭਿਉਂ ਕੇ ਪੀਆ ਕਰੀ ਤੇ ਆਪਣੇ ਹੌਲੀ ਆਪਣੇ ਸਰੀਰ ਤੇ ਫੇਰਿਆ ਕਰੀ, ਤੇਰਾ ਸਰੀਰ ਨੌ ਪਰ ਨੌ ਹੋ ਜਾਊਗਾ। ਗੁਰੂ ਮਹਾਰਾਜ ਨੇ ਤਾਂ ਬਹੁਤ ਇਸ ਕਰਕੇ ਗੁਰੂ ਪਾਤਸ਼ਾਹ ਜੀ ਦੇ ਆਉਣ ਦੇ ਨਾਲ ਸਾਰੀ ਦੁਨੀਆ ਦਾ ਭਲਾ ਇਸੇ ਗੁਰੂ ਤੋਂ ਆਪਾਂ ਬਲਿਹਾਰ ਕਰਵਾਣ ਜਾਈਏ। ਜਿਹਨੇ ਮਾਨਸਾ ਤੋਂ ਦੇਵਤੇ ਬਣਾ ਦਿੱਤੇ, ਕੋਈ ਦੇਰ ਨਹੀਂ ਲੱਗਦੀ ਗੁਰੂ ਨੂੰ। ਤਾਂ ਜਦੋਂ ਖੰਡਾ ਸਿੱਧਾ ਹੋ ਜਾਵੇ ਨਾ, ਜੇ ਆਪਾਂ ਸਿੱਧੇ ਹੋ ਜਾਈਏ ਗੁਰੂ ਵੱਲ, ਗੁਰੂ ਕੋਲ ਕੀ ਇਹ ਚੀਜ਼ਾਂ ਦਾ ਆਪੇ ਸਿੱਧੇ ਨਹੀਂ ਹੁੰਦੇ, ਆਪੇ ਲੋਟ ਨਹੀਂ ਆਉਂਦੇ। ਜੇ ਆਪਾਂ ਗੁਰੂ ਦੇ ਕੋਲ ਆਪਾਂ ਸ਼ਰਧਾ ਭਾਵ ਨਾਲ ਆਈਏ ਤਾਂ ਆਪਾਂ ਨੂੰ ਸਾਰਾ ਕੁਝ ਗੁਰੂ ਦੇ ਦਰ ਤੋਂ ਮਿਲਣਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀਆਂ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਆਪਾਂ ਸਾਰਿਆਂ ਨੂੰ ਜੋੜ ਕੇ ਰੱਖਣ। ਇੱਕ ਧਾਰਨਾ ਅਖੀਰਲੀ ਪੜ੍ਹ ਕੇ ਫਿਰ ਆਪਾਂ ਸਮਾਪਤੀ ਤੇ ਪਹੁੰਚਾਂਗੇ। ਔਖੀ ਕੜੀ ਨਾ ਦੇਖਣ ਦਈ ਆਪਣਾ ਬਿਰਦ ਸੰਭਾਲੋ ਜੀ। ਕੀ ਕੜੀ ਨਾ ਦੇਖਣ ਦਈ ਆਪਣਾ ਬਿਰਦ ਸੰਭਾਲੋ ਜੀ। ਕੜੀ
ਦੇ ਆਪਣਾ ਬਿਰਦ ਸੰਭਾਲੋ ਜੀ ਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਕਣ ਦੇ ਆਪਣਾ ਬਿਰਦ ਸੰਭਾਲੋ ਜੀ ਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਕੜੀ ਨਾ ਦੇਖਣ ਨਹੀਂ ਆਪਣਾ ਬਿਰਦ ਸੰਭਾਲੋ ਜੀ ਕੀ ਕੜੀ ਨਾ ਦੇਖਣ ਨਹੀਂ ਆਪਣਾ ਬਿਰਦ ਸੰਭਾਲੋ ਜੀ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਕੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਦੇ ਆਪਣਾ ਬਿਰਦ ਸੰਭਾਲੋ ਜੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਬਿਰਦ ਸੰਭਾਲੋ ਜੀ 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 ਬਿਰਦ ਸੰਭਾਲੋ ਜੀ ਆਪਣਾ ਬਿਰਦ ਸੰਭਾਲੋ ਜੀ ਬਿਰਦ ਸੰਭਾਲੋ ਜੀ ਬਿਰਦ ਸੰਭਾਲੋ ਜੀ ਬਿਰਦ ਸੰਭਾਲੋ ਜੀ ਆਪਣਾ ਬਿਰਦ ਸੰਭਾਲੋ ਜੀ ਬਿਰਦ ਸੰਭਾਲੋ ਜੀ ਆਪਣਾ ਬਿਰਦ ਸੰਭਾਲੋ ਜੀ ਬਿਰਦ ਸੰਭਾਲੋ ਜੀ ਆਪਣਾ ਬਿਰਦ ਸੰਭਾਲੋ ਜੀ ਸੰਭਾਲੋ ਜੀ ਆਪਣਾ ਬਿਰਦ ਸੰਭਾਲੋ ਜੀ ਆਪਣਾ ਸੰਭਾਲੋ ਜੀ ਕੜੀ ਨਾ ਦੇਖਣ ਨਹੀਂ ਆਪਣਾ ਬਿਰਦ ਸੰਭਾਲੋ ਜੀ ਕੀ ਕੜੀ ਨਾ ਦੇਖਣ ਨਹੀਂ ਆਪਣਾ ਬਿਰਦ ਸੰਭਾਲੋ ਜੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਆਪਣਾ ਬਿਰਦ ਸੰਭਾਲੋ ਜੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੋ ਜੀ ਇਸ ਕਰਕੇ ਗੁਰੂ ਪਾਤਸ਼ਾਹ ਜੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਗੁਰੂ ਮਹਾਰਾਜ ਨੂੰ ਧਿਆਈਏ ਸਿਮਰੀਏ ਤਾਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਪਾਤਸ਼ਾਹ ਦੇ ਹੁਣ ਚਰਨ ਕਮਲਾਂ ਦੇ ਵਿੱਚ ਫਿਰ ਅਰਦਾਸ ਭੋਗ ਦਾ ਸ਼ਲੋਕ ਬੋਲ ਕੇ ਫਿਰ ਗੁਰੂ ਚਰਨਾਂ ਦੇ ਅਰਦਾਸ ਬੇਨਤੀ ਕਰਾਂਗੇ। ਜਿੰਨੀਆਂ ਸੰਗਤਾਂ ਆਈਆਂ ਸਭ ਦਾ ਧੰਨਵਾਦ। ਨਾਲ ਮਿਲ ਕੇ ਭੋਗ ਦਾ ਸ਼ਲੋਕ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਨਾਮ ਜਪ ਚੜੇ ਉਤਰੇ ਪਾਰ ਉਹ ਚਰਦਾ ਕਰ ਦੇਵ ਨੇ ਗੁਰ ਪਾਰ ਪਾਰਨ ਹਾਰ ਸਲੋਕ ਆਵਣ ਗੁਰੂ ਬਾਣੀ ਪਿਤਾ ਮਾਤਾ ਕਰਤ ਮਹਤੁ ਸਿਰ ਸਰਾਤ ਦੋਏ ਦਾਈ ਦਾਇਆ ਚੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਨੀ ਆਪੋ ਆਪਣੀ ਤੇ ਨੇੜੇ ਤੇ ਦੂਰ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ